ਨਜਾਇਜ਼ ਮਾਈਨਿੰਗ ਨੂੰ ਲੈ ਕੇ ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਟਿਕਾਣਿਆਂ ਤੇ ਈਡੀ ਦੇ ਛਾਪੇ। ਮੁੱਖ ਮੰਤਰੀ ਦੇ ਰਿਸ਼ਤੇਦਾਰ ਸਮੇਤ ਕਈ ਲੋਕਾਂ ਖਿਲਾਫ 12 ਵੱਖ-ਵੱਖ ਥਾਵਾਂ ਤੇ ਛਾਪੇਮਾਰੀ ਸਵੇਰੇ 8 ਵਜੇ ਤੋਂ ਚੱਲ ਰਹੀ ਹੈ। ਈਡੀ ਦੀ ਕਾਰਵਾਈ ਨੂੰ ਕਾਂਗਰਸ ਨੇ ਦੱਸਿਆ ਕੇਂਦਰ ਵੱਲੋਂ ਦਬਾਅ ਪਾਉਣ ਦੀ ਕੋਸ਼ਿਸ਼। ਸੁਰਜੇਵਾਲਾ ਬੋਲੇ ਦਲਿਤ ਸੀਐਮ ਹੋਣ ਕਰਕੇ ਬਣਾਇਆ ਜਾ ਰਿਹਾ ਨਿਸ਼ਾਨਾ। ਤਾਂ ਸੀਐਮ ਚੰਨੀ ਨੇ ਭਰਿਆ ਦਮ, ਸੂਬੇ ਲਈ ਹਰ ਪਰੇਸ਼ਾਨੀ ਝੱਲਣ ਨੂੰ ਤਿਆਰ। ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਐਲਾਨਿਆ ਸੀਐਮ ਚਿਹਰਾ। ਕੇਜਰੀਵਾਲ ਬੋਲੇ 93% ਲੋਕਾਂ ਨੇ ਹੱਕ 'ਚ ਦਿੱਤੀ ਰਾਏ। ਤਾਂ ਭਗਵੰਤ ਨੇ ਭਰਿਆ ਦਮ, ਪੰਜਾਬ ਦਾ ਪਹਿਲਾਂ ਵਾਲਾ ਰੁਤਬਾ ਲਿਆਵਾਂਗੇ ਵਾਪਸ। ਸੀਐਮ ਚਿਹਰਾ ਐਲਾਨੇ ਜਾਣ ਤੇ ਭਗਵੰਤ ਮਾਨ ਦੇ ਸਮਰਥਕ ਮਨਾ ਰਹੇ ਜਸ਼ਨ। ਜੱਦੀ ਪਿੰਡ ਸਤੌਜ ਤੋਂ ਲੈ ਕੇ ਵੱਖ-ਵੱਖ ਜ਼ਿਲ੍ਹਿਆਂ 'ਚ ਪਾਰਟੀ ਵਰਕਰਾਂ ਨੇ ਪਾਏ ਭੰਗੜੇ, ਵੰਡੇ ਲੱਡੂ। ਆਪ ਵੱਲੋਂ ਭਗਵੰਤ ਮਾਨ ਨੂੰ ਸੀਐਮ ਚਿਹਰਾ ਐਲਾਨਣ ਤੇ ਵਿਰੋਧੀਆਂ ਨੇ ਕੱਸਿਆ ਤੰਜ। ਕਾਂਗਰਸ ਬੋਲੀ ਸਰਕਾਰ ਚਲਾਉਣ ਤੇ ਕਮੇਡੀ ਕਰਨ 'ਚ ਵੱਡਾ ਫਰਕ। ਭਾਜਪਾ ਨੇ ਕਿਹਾ ਆਪ ਨੇ ਤੈਅ ਕੀਤੀ ਆਪਣੀ ਸ਼ਰਾਬ ਪਾਲਿਸੀ। ਤਾਂ ਅਕਾਲੀ ਦਲ ਨੇ ਭਗਵੰਤ ਨੂੰ ਦੱਸਿਆ ਕੇਜਰੀਵਾਲ ਦਾ ਡਮੀ ਚਿਹਰਾ। ਬਟਾਲਾ ਦੀ ਟਿਕਟ ਨੂੰ ਲੈ ਕੇ ਕਾਂਗਰਸ 'ਚ ਫਸਿਆ ਪੇਚ। ਤ੍ਰਿਪਤ ਬਾਜਵਾ ਧੜੇ ਦਾ ਸ਼ਕਤੀ ਪ੍ਰਦਰਸ਼ਨ। ਬਾਜਵਾ ਨੂੰ ਟਿਕਟ ਦੇਣ ਦੀ ਮੰਗ। ਅਸ਼ਵਨੀ ਸੇਖੜੀ ਨੇ ਕੀਤਾ ਵਿਰੋਧ। ਵਿਕਰਮ ਮਜੀਠੀਆ ਨੂੰ ਹਾਈ ਕੋਰਟ ਤੋਂ ਰਾਹਤ। ਅੰਤਰਿਮ ਜ਼ਮਾਨਤ 24 ਜਨਵਰੀ ਤੱਕ ਰਹੇਗੀ ਜਾਰੀ। ਡਰੱਗਸ ਕੇਸ 'ਚ ਮਜੀਠੀਆ ਖਿਲਾਫ ਦਰਜ ਕੀਤੀ ਹੋਈ ਹੈ ਐਫਆਈਆਰ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਸੀਐਮ ਦੇ ਰਿਸ਼ਤੇਦਾਰ ਦੇ ਘਰ ਈਡੀ ਦੀ ਰੇਡ ਚੱਲ ਰਹੀ ਹੈ। ਸਵੇਰੇ 8 ਵਜੇ ਤੋਂ ਲੈ ਕੇ ਲਗਾਤਾਰ ਇਹ ਰੇਡ ਜਾਰੀ ਹੈ। ਮਨੀ ਲਾਂਡਰਿੰਗ ਦੇ ਮਾਮਲੇ ਦੇ ਵਿੱਚ ਰੇਡ ਕੀਤੀ ਗਈ ਹੈ। ਦਰਅਸਲ ਮਾਈਨਿੰਗ ਦੇ ਨਾਲ ਜੁੜਿਆ ਹੋਇਆ ਮਾਮਲਾ ਦੱਸਿਆ ਜਾ ਰਿਹਾ ਔਰ ਸੀਐਮ ਦੇ ਰਿਸ਼ਤੇਦਾਰ ਭੁਪਿੰਦਰ ਸਿੰਘ ਹਨੀ ਉਹਨਾਂ ਦੇ ਟਿਕਾਣਿਆਂ ਤੇ ਈਡੀ ਵੱਲੋਂ ਛਾਪੇਮਾਰੀ ਕੀਤੀ ਗਈ ਹੈ। ਯਾਨੀ ਦਸਤਾਵੇਜ਼ ਖੰਗਾਲੇ ਜਾ ਰਹੇ ਨੇ। ਸਵੇਰੇ 8 ਵਜੇ ਤੋਂ ਲਗਾਤਾਰ ਈਡੀ ਦੀ ਰੇਡ ਚੱਲ ਰਹੀ ਹੈ। ਮੋਹਾਲੀ ਦੇ ਵਿੱਚ ਸੀਐਮ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੇ ਜਿਹੜੇ ਅਧਿਕਾਰੀ ਨੇ ਉਹ ਪਹੁੰਚੇ ਹੋਏ ਨੇ ਔਰ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਦਸਤਾਵੇਜ਼ ਖੰਗਾਲੇ ਜਾ ਰਹੇ ਨੇ। ਇੱਕ ਤਰੀਕੇ ਨਾਲ ਰੇਡ ਜਾਂ ਛਾਪੇਮਾਰੀ ਇਸ ਨੂੰ ਕਿਹਾ ਜਾਂਦਾ ਹੈ। ਵੱਖ-ਵੱਖ ਟਿਕਾਣਿਆਂ ਤੇ ਦੱਸਿਆ ਗਿਆ ਸੀ ਕਿ ਛਾਪੇਮਾਰੀ ਕੀਤੀ ਗਈ ਹੈ। ਭੁਪਿੰਦਰ ਸਿੰਘ ਹਨੀ ਜਿਹੜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਨੇ ਉਹਨਾਂ ਦੇ ਟਿਕਾਣਿਆਂ ਤੇ ਈਡੀ ਵੱਲੋਂ ਰੇਡ ਕੀਤੀ ਗਈ ਹੈ। ਸਵੇਰੇ 8 ਵਜੇ ਈਡੀ ਦੇ ਅਧਿਕਾਰੀ ਪਹੁੰਚੇ ਸੀ ਔਰ 8 ਵਜੇ ਤੋਂ ਲਗਾਤਾਰ ਇਹ ਰੇਡ ਚੱਲ ਰਹੀ ਹੈ। ਮਨੋਜ ਰਾਠੀ ਸਾਡੇ ਸਹਿਯੋਗੀ ਜੁੜੇ ਨੇ, ਗੱਲਬਾਤ ਕਰਦੇ ਹਾਂ। ਮਨੋਜ, ਕਿ ਅਪਡੇਟ ਜਾਨਣੀ ਚਾਹਾਂਗੇ ਕਦੋਂ ਕਦੀ ਇਹ ਚੱਲ ਰਹੀ ਹੈ ਰੇਡ? ਕਿਸੇ ਅਧਿਕਾਰੀ ਨੇ ਕੋਈ ਗੱਲਬਾਤ ਕੀਤੀ ਹੈ? ਕੁਝ ਪਤਾ ਚੱਲ ਪਾਇਆ ਹੈ ਕਿ ਈਡੀ ਨੂੰ ਕੁਝ ਮਿਲਿਆ ਹੈ ਜਾਂ ਕਿਸ ਸੰਦਰਭ ਦੇ ਵਿੱਚ ਹੈ? ਪੂਰੀ ਡਿਟੇਲ ਅਗਰ ਕੁਝ ਵੀ ਅਪਡੇਟ ਹੁਣ तक निकल के आई होवे तो। देखिए विजयपाल, ये होमलैंड सोसाइटी है मोहाली के। मोहाली में होमलैंड सोसाइटी का टावर नंबर 5 और इसके फ्लैट नंबर 53 में सुबह तकरीबन 8 बजे से ईडी की जो रेड है वो लगातार जारी है। सुबह ईडी की 8 मेंबरी जो टीम है वो यहां पर पहुंची थी। उसमें सीआरपीएफ के कुछ जवान भी थे और अभी तक करीब 9 घंटे हो चुके हैं। अभी भी लगातार जो रेड है वो चल रही है। छापेमारी लगातार चल रही है। कई अहम दस्तावेज जो सूत्र बता रहे हैं ईडी के हाथ लगे हैं और उसमें भी कई और बड़े नाम सामने आ सकते हैं जैसा कि सोर्सेज बता रहे हैं। और सुबह तकरीबन 11:30 पर ईडी के कुछ अधिकारी यहां से एक व्यक्ति को गाड़ी में बैठाकर लेकर भी गए थे। वो व्यक्ति कौन था, क्या वो भूपेंद्र सिंह हनी था या उसका कोई एसोसिएट था, ये जानकारी अभी तक नहीं मिली है। लेकिन एक व्यक्ति को यहां से बैठाकर ले जाया गया था और उसके बाद 2 घंटे बाद यहां पर बताया जा रहा है कि एम्बुलेंस भी ईडी ने बुलवाई, डॉक्टर भी बुलवाए गए। जो फ्लैट में जो लोग मौजूद थे उनमें से किसी की तबीयत नासाज थी, इसलिए यहां पर एम्बुलेंस और डॉक्टर भी आए थे। लेकिन हालांकि एम्बुलेंस में कोई गया नहीं, लेकिन डॉक्टरी जांच के बाद एम्बुलेंस यहां से चली गई। और अभी भी जो रेड है वो चल रही है। छापेमारी लगातार यहां पर जारी है। फ्लैट नंबर 53 हालांकि भूपेंद्र सिंह हनी का नहीं है, वो किसी और व्यक्ति का है। उसने यहां पर इस फ्लैट को रेंट पर लिया हुआ था और पिछले 5-6 महीनों से जो भूपेंद्र सिंह हनी है वो यहां पर रह रहा था। उसके साथ साथ कुछ और भी लोगों का यहां पर आना जाना था। और जो नेबर्स हैं, यहां पर जो लोग यहां के लोकल रेजिडेंट हैं, उनका कहना है कि कुछ पुलिस अधिकारियों कर्मचारियों का भी यहां पर आना जाना अक्सर लगा रहता था। और सुबह हमने देखा था कि यहां पर एक व्हाइट कलर की इनोवा भी खड़ी थी जिसपे एमएलए पंजाब विधानसभा का स्टिकर भी लगा हुआ था। वो गाड़ी भी यहां पर पार्क थी। हालांकि वो गाड़ी किसकी है ये किसी ने कंफर्म नहीं किया, लेकिन बताया जा रहा है ये गाड़ी भी भूपेंद्र सिंह हनी से जुड़ी हुई है। और यहाँ पर अभी कुछ देर पहले जो हलचलें हैं
वो तेज हुई हैं। सीआरपीएफ के कुछ जवान जो यहाँ पर सुरक्षा में आए हुए हैं, उनकी मूवमेंट शुरू हुई है। गाड़ियों को बुलवाया गया है। शायद जो रेड का काम है, छापेमारी है, वो अब खत्म होने को है, क्योंकि दर्जन पर जो ठिकाने हैं इस मामले से जुड़े हुए भूपेंद्र सिंह हनी के या दूसरे जो इसमें आरोपी हैं, उनके ठिकानों पर रेड थी और उसमें से एक ठिकाना ये भी था, एक लोकेशन ये भी थी। तो शायद रेड खत्म होने को है, कुछ हलचल यहाँ पर देखने को मिली है, लेकिन अभी भी जो छापेमारी है और ईडी की जो टीम है वो अभी इसी फ्लैट में मौजूद है। जी, तो मनोज, क्या ये जांच सारी माइनिंग के मामले में हो रही है? ये जानकारी मिल पाई है? जी बिल्कुल, इसमें कोई दो राय नहीं है कि जो अवैध माइनिंग है, खासकर जो सैंड माइनिंग है, जिसको लेकर पंजाब की जो सियासत है उसमें भी तमाम ये इश्यूज उछलते रहते हैं। और बताया जा रहा है कि 2018 में एक एफआईआर दर्ज की गई थी और जिसके बाद कुदरत दीप सिंह नाम के व्यक्ति को गिरफ्तार किया गया था, उससे पूछताछ हुई थी और उसी व्यक्ति ने भूपेंद्र सिंह हनी का भी नाम लिया है, जिसके बाद ईडी ने आज भूपेंद्र सिंह हनी के ठिकानों पर छापेमारी की है। और भूपेंद्र सिंह हनी कौन है? ये बताया जा रहा है कि मुख्यमंत्री चरणजीत सिंह चन्नी के करीबी रिश्तेदार हैं और जो माइनिंग का काम है पंजाब में खासकर, ये भूपेंद्र सिंह हनी और उसके जो एसोसिएट हैं वो बड़े पैमाने पर किया करते थे। तो बड़ा रोल सामने आ रहा है। हालांकि अभी जब ईडी आधिकारिक तौर पर जानकारी देगी तब क्लियर पता लगेगा कि क्या ईडी के हाथ लगा है। जी, ਤਾਂ ਮੋਹਾਲੀ ਦੀ ਪੌਸ਼ ਸੁਸਾਇਟੀ ਹੈ, ਹੋਮਲੈਂਡ ਸੁਸਾਇਟੀ, ਜਿਸ ਦੀਆਂ ਤਸਵੀਰਾਂ ਅਸੀਂ ਦਿਖਾ ਰਹੇ ਹਾਂ, ਜਿੱਥੋਂ ਦੇ ਫਲੈਟ ਨੰਬਰ 53 ਦੇ ਵਿੱਚ ਜਿਹੜੀ ਹੈ ਉਹ ਈਡੀ ਦੀ ਸਰਚ ਚੱਲ ਰਹੀ ਹੈ ਔਰ ਹਲਚਲ ਦਿਖਾਈ ਦੇ ਰਹੀ ਹੈ। ਲਾਈਵ ਤਸਵੀਰਾਂ ਸਾਡੇ ਸਹਿਯੋਗੀ ਮਨੋਜ ਕੁਮਾਰ ਸਾਡੇ ਤੱਕ ਪਹੁੰਚਾ ਰਹੇ ਨੇ ਔਰ ਮਾਮਲਾ ਜਿਹੜਾ ਹੈ ਉਹ ਦੱਸਿਆ ਜਾ ਰਿਹਾ ਕਿ ਇਲੀਗਲ ਮਾਈਨਿੰਗ ਦੇ ਨਾਲ ਜੁੜਿਆ ਹੋਇਆ, ਇਲੀਗਲ ਮਾਈਨਿੰਗ ਦੇ ਪੈਸੇ ਦੇ ਨਾਲ ਜੁੜਿਆ ਹੋਇਆ ਕਿ ਇਲੀਗਲ ਮਾਈਨਿੰਗ, ਜਿਹੜੀ ਨਜਾਇਜ਼ ਮਾਈਨਿੰਗ ਸੂਬੇ ਦੇ ਵਿੱਚ ਰੇਤ ਦੀ ਮਾਈਨਿੰਗ ਕੀਤੀ ਜਾਂਦੀ ਹੈ, ਉਸ ਦਾ ਪੈਸਾ ਕਿਸ ਤਰੀਕੇ ਨਾਲ ਇੱਧਰ ਉੱਧਰ ਟ੍ਰਾਂਸਫਰ ਕੀਤਾ ਜਾਂਦਾ ਹੈ। ਇਸ ਕਰਕੇ ਐਨਫੋਰਸਮੈਂਟ ਡਾਇਰੈਕਟੋਰੇਟ ਜਿਹੜਾ ਹੈ, ਜਦੋਂ ਕਿਸੇ ਨਜਾਇਜ਼ ਪੈਸੇ ਦੀ ਟ੍ਰਾਂਸਫਰ ਹੁੰਦੀ ਹੈ ਤਾਂ ਫਿਰ ਈਡੀ ਦੇ ਸੰਦਰਭ ਦੇ ਵਿੱਚ ਇਹ ਮਾਮਲਾ ਆ ਜਾਂਦਾ ਤੇ ਉਸ ਤੋਂ ਬਾਅਦ ਈਡੀ ਨੂੰ ਜੋ ਜਾਣਕਾਰੀ ਮਿਲਦੀ ਹੈ ਜਾਂ ਬੈਂਕਾਂ ਦੇ ਜ਼ਰੀਏ ਕੋਈ ਟ੍ਰਾਂਜੈਕਸ਼ਨ ਦੇ ਜਿਹੜੇ ਨੰਬਰ ਨੇ ਉਹ ਈਡੀ ਦੇ ਕੋਲ ਪਹੁੰਚਦੇ ਨੇ ਤਾਂ ਫਿਰ ਈਡੀ ਇਨਵੋਲਵ ਹੋ ਜਾਂਦੀ ਹੈ ਔਰ ਫਿਰ ਉਹ ਕਿਸੇ ਵੀ ਵਿਅਕਤੀ ਤੋਂ ਪੁੱਛਗਿੱਛ ਕਰ ਸਕਦੀ ਹੈ। ਸੋ ਇਹ ਪੁੱਛਗਿੱਛ ਮੋਹਾਲੀ ਤੋਂ ਚੱਲ ਰਹੀ ਹੈ, ਮੋਹਾਲੀ ਦੀ ਹੋਮਲੈਂਡ ਸੁਸਾਇਟੀ, ਜਿੱਥੇ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਦਾ ਜ਼ਿਕਰ ਆ ਰਿਹਾ ਹੈ ਕਿ ਭੁਪਿੰਦਰ ਸਿੰਘ ਹਨੀ ਜਿਹੜੇ ਸੀ ਉਹ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਨੇ ਔਰ ਉਹਨਾਂ ਤੋਂ ਇਹ ਪੁੱਛਗਿੱਛ ਈਡੀ ਵੱਲੋਂ ਕੀਤੀ ਜਾ ਰਹੀ ਹੈ। ਤੇ ਈਡੀ ਦੀ ਰੇਡ ਨੂੰ ਲੈ ਕੇ ਸੀਐਮ ਚਰਨਜੀਤ ਸਿੰਘ ਚੰਨੀ ਨੇ ਕੇਂਦਰ ਸਰਕਾਰ ਤੇ ਗੰਭੀਰ ਇਲਜ਼ਾਮ ਲਾਏ ਨੇ। ਸੀਐਮ ਨੇ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਦੀ ਦਬਾਅ ਪਾਉਣ ਦੀ ਕੋਸ਼ਿਸ਼ ਹੈ, ਮੈਨੂੰ ਤੇ ਮੇਰੇ ਮੰਤਰੀਆਂ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਹੈ, ਪਰ ਪੰਜਾਬੀ ਕਿਸੇ ਤੋਂ ਦਬਦੇ ਨਹੀਂ ਹਨ। कि जब इलेक्शन हुए ममता बनर्जी के रिश्तेदारों पे भी ऐसे ही अटैक हुए थे, सेम पैटर्न पे अब पंजाब में ईडी प्रेशराइज करने की कोशिश कर रही है, परेशानी दे रही है, हर तरीके से दबाव बनाया जा रहा है। खाली एक मंत्री पे नहीं, मुख्यमंत्री पे नहीं, हर कांग्रेस के वर्कर पे दबाव बनाया जा रहा है। ये अच्छा माहौल नहीं है लोकतंत्र के लिए। इलेक्शन आ गए तो इनको ईडी की रेडें याद आ गई। तो मैंने जो टीवी और खबरों से सुना है उसके हिसाब से रेड हो रही है। अभी तक मेरे पास इसकी पुख्ता कोई जानकारी नहीं है, लेकिन ये ठीक है कि अल्टीमेटली हमारे मंत्रियों को और मुझे ये टारगेट करने की कोशिश। ਤੇ ਕਾਂਗਰਸ ਪਾਰਟੀ ਵੱਲੋਂ ਈਡੀ ਰੇਡ ਤੇ ਸਵਾਲ ਚੁੱਕੇ ਜਾ ਰਹੇ ਨੇ। ਕਾਂਗਰਸੀ ਇਸ ਮਸਲੇ ਤੇ ਕੇਂਦਰ ਦੀ ਬੀਜੇਪੀ ਸਰਕਾਰ ਨੂੰ ਘੇਰ ਰਹੇ ਨੇ। जो आज रेड की गई, जिस रेड से प्रत्यक्ष और अप्रत्यक्ष तौर के ऊपर चरणजीत सिंह जी चन्नी, कांग्रेस के किसी नेता और कार्यकर्ता का कोई भी जुड़ाव नहीं है। ये फेक रेड, जिसे दबाव कांग्रेस के ऊपर, लगातार कांग्रेस के नेताओं व कार्यकर्ताओं के ऊपर केंद्र सरकार द्वारा दबाव, हाँ कुछ नेता है उस दबाव के अंदर भारतीय जनता पार्टी उन्होंने ज्वाइन कर ली है, पर चरणजीत सिंह चन्नी और तमाम कांग्रेस के नेता कितना भी दबाने की कोशिश करेंगे, मजबूती से पंजाब के साथ खड़े रहेंगे। जब राजनीतिक तौर से सारी चीजें खंगाल ली और एक गरीब दलित युवा पंजाब के मुख्यमंत्री सरदार चरणजीत सिंह चन्नी के खिलाफ कुछ नहीं मिला,
तो इस प्रकार के उल जलूल, बेतुके और बचकाने इल्जामात लेकर भारतीय जनता पार्टी मैदान में आई है। और साथियों, आजकल खूब नूरा कुश्ती चल रही है मोदी जी और केजरीवाल जी में। जब 10-15 मिनट के लिए काफिला रुक जाता है प्रधानमंत्री जी का, तो प्रधानमंत्री की डिफेंस में कौन कूदता है? अरविंद केजरीवाल जी महोदय सबसे पहले चन्नी साहब और उनकी सरकार पर हमलावर हो जाते हैं। दिल्ली के मुख्यमंत्री अरविंद केजरीवाल मोदी जी की डिफेंस में खड़े हो जाते हैं। और आज जब ना चन्नी जी को मालूम था, ना पत्रकारों को मालूम था, ना अखबार नवीसों को मालूम था कि ईडी की रेड होगी, तो ईडी की रेड होते ही पहला बयान किसका आया? माननीय अरविंद केजरीवाल जी का। लगता है मोदी जी के आजकल डायरेक्ट हॉटलाइन अरविंद केजरीवाल जी से मिली हुई है। ਵੇਖੋ, ਕਿਸੇ ਦੇ ਉੱਤੇ ਵੀ ਰੇਡ ਹੋਣ ਦਾ ਮਤਲਬ ਇਹ ਨਹੀਂ ਵੀ ਉਹ ਗਿਲਟੀ ਹੈ, ਜਦ ਤੱਕ ਉਹ ਤੱਥ ਪ੍ਰੂਵ ਨਹੀਂ ਹੁੰਦੇ। ਸਮਝਦੇ ਹੋ ਮੇਰੀ ਗੱਲ? ਰੇਡਾਂ ਮਾਰ-ਮਾਰ ਕੇ ਹੀ ਤਾਂ ਬਾਹ ਮਰੋੜੀ ਹੈ। ਸਾਡਾ ਪੁਰਾਣਾ ਚੀਫ ਮਿਨਿਸਟਰ ਵੀ ਚਾਉਂ ਚਾਉਂ ਕਰਦਾ ਸੀ, ਉਹਦੇ ਵੀ ਤੇ ਰੇਡਾਂ ਹੀ ਪਈਆਂ ਸੀ, ਉਹਦੇ ਸਨ ਇਨ ਲਾਅ ਦੇ, ਉਹਦੇ ਫਲਾਣੇ ਦੇ ਤੇ ਉਹਦੇ ਧਮਕਾਨੇ ਦੇ, ਠੀਕ ਹੈ ਨਹੀਂ? ਸੋ ਇਸ ਕਰਕੇ ਇਹ ਤੇ जीते पई है उन्होंने एक्सप्लेन करना पैना है। देखिए, कहते हैं कि डरे ना जो, झुके ना जो, दबे ना जो, कांग्रेस वो इनकलाब है। कांग्रेस को कभी बीजेपी डरा नहीं सकती। धमका करके वो वोटें हासिल करना चाहती है, डराना चाहती है, और जिस तरीके से ईडी का वो रेड करवा के इस्तेमाल करना चाहते हैं, सरकारी एजेंसियों का दुरुपयोग बीजेपी कर रही है, ये निंदनीय है। कि पंजाब के मुख्यमंत्री चन्नी जी के परिवार वालों के घरों पर जो रेड हो रही है, जिसकी पुष्टि कांग्रेस बिल्कुल भी नहीं करती है। लेकिन हां, हम ये जरूर मानते हैं कि जब जब चुनाव आता है, जिन जिन राज्यों में चुनाव आता है, भाजपा अपनी हार की बौखलाहट से अपनी विपक्षी पार्टियों पर इस तरह की ईडी हो, सीबीआई हो, आईटी रेड चुनावी हथियार बनाकर करती रही है। इससे पहले हम लोगों ने देखा पश्चिम बंगाल हो, तमिलनाडु हो, महाराष्ट्र हो, वहां पर बीच चुनाव में ईडी, सीबीआई, आईटी को चुनावी हथियार बनाकर इस्तेमाल किया गया। हमें पूरा भरोसा है बीच चुनाव में पंजाब में भी जो ईडी की रेड हो रही है, वो भाजपा सरकार की हार की बौखलाहट है। ਮੁੱਖ ਮੰਤਰੀ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਕਾਂਗਰਸ ਪਾਰਟੀ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਔਰ ਇਸ ਚੀਜ਼ ਤੋਂ ਉੱਭਰ ਕੇ ਨਿਕਲੂਗੀ ਕਾਂਗਰਸ ਪਾਰਟੀ। ਇਸ ਚੀਜ਼ ਨੂੰ ਪੰਜਾਬ ਦੇ ਲੋਕ ਜਵਾਬ ਦੇਣਗੇ। ਇਹ ਦੇਖੋ, ਇਸ ਸਮੇਂ ਦੇ ਵਿੱਚ ਜਿਹੜੀ ਮੈਲੀਫਾਈਡ ਇੰਟੈਂਸ਼ਨ ਸਾਹਮਣੇ ਆਂਦੀ ਆ, ਇਹ ਜਿਹੜੀ ਰੇਡਾਂ ਦੀ ਇੰਟੈਂਸ਼ਨ ਹੈ ਡਰਾਉਣ ਦੀ ਆ, ਲੋਕਾਂ ਦੇ ਵਿੱਚ ਡਰ ਪਾਉਣ ਦੀ ਆ ਵੀ ਅਗਰ ਤੁਸੀਂ ਬੀਜੇਪੀ ਦੇ ਨਾਲ ਨਹੀਂ ਚੱਲੋਗੇ ਤਾਂ ਅਸੀਂ ਇੱਕ ਬੰਦੇ ਨੂੰ ਅਸੀਂ ਮੁੱਖ ਮੰਤਰੀ ਦੇ ਇੱਧਰ ਰੇਡਾਂ ਕਰ ਸਕਦੇ ਹਾਂ, ਅਸੀਂ ਤੁਹਾਨੂੰ ਵੀ ਟੰਗ ਸਕਦੇ ਹਾਂ। ਲੇਕਿਨ ਪੰਜਾਬ ਇਹਨਾਂ ਨੂੰ ਸਮਝ ਨਹੀਂ ਆ ਰਿਹਾ, ਡਰਨ ਵਾਲਾ ਨਹੀਂ ਆ। ਪੰਜਾਬ ਹਮੇਸ਼ਾ ਉੱਭਰ ਕੇ ਨਿਕਲਿਆ, ਪੰਜਾਬ ਹਮੇਸ਼ਾ ਜ਼ੁਲਮ ਦੇ ਖਿਲਾਫ ਆਵਾਜ਼ ਚੱਕੀ ਔਰ ਹੁਣ ਵੀ ਚੱਕੂ। ਤੇ ਈਡੀ ਰੇਡ ਦੀ ਟਾਈਮਿੰਗ ਨੂੰ ਲੈ ਕੇ ਸੁਨੀਲ ਜਾਖੜ ਨੇ ਸਵਾਲ ਚੱਕੇ ਨੇ। ਜਾਖੜ ਨੇ ਟਵੀਟ ਕਰਕੇ ਕਿਹਾ ਹੈ ਕਿ ਜਿਸ ਤਰ੍ਹਾਂ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਰਿਸ਼ਤੇਦਾਰ ਤੇ ਈਡੀ ਦੇ ਛਾਪੇ ਪਏ ਨੇ, ਉਸ ਦੀ ਟਾਈਮਿੰਗ ਸਵਾਲਾਂ ਦੇ ਘੇਰੇ 'ਚ ਹੈ। ਇਸ ਦਾ ਅਸਲ ਮਕਸਦ ਮੁੱਖ ਮੰਤਰੀ ਅਤੇ ਕਾਂਗਰਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਹੈ ਤੇ ਇਹ ਇੱਕ ਗੈਰ ਸੰਵਿਧਾਨਿਕ ਕਾਰਵਾਈ ਹੈ। ਤੇ ਕਾਂਗਰਸ ਇਸ ਮੁੱਦੇ ਤੇ ਕੇਂਦਰ ਸਰਕਾਰ ਨੂੰ, ਬੀਜੇਪੀ ਨੂੰ ਘੇਰ ਰਹੀ ਹੈ, ਜਦਕਿ ਬੀਜੇਪੀ ਦਾ ਤਰਕ ਹੈ ਕਿ ਜਿਸ ਨੇ ਕੁਝ ਗਲਤ ਹੀ ਨਹੀਂ ਕੀਤਾ ਉਸ ਨੂੰ ਡਰਨ ਦੀ ਕੀ ਲੋੜ ਹੈ। ਨੇ ਖਾਦੀਆਂ ਗਾਜਰਾਂ ਔਰ ਢਿੱਡ 'ਚ ਪੀੜ, ਜਿਨ੍ਹਾਂ ਨੇ ਕੋਈ ਕੀਤਾ ਹੋਏਗਾ ਉਹ ਜਾਣਨ। ਜਿਨ੍ਹਾਂ ਨੇ ਰੇਤ ਦੇ ਕੰਢੇ, ਸਾਰੇ ਨਦੀਆਂ ਦੇ ਕੰਢੇ ਖਾ ਲਏ, ਰੇਤਾ ਖਾ ਲਿਆ, ਮਾਫੀਆਇਜ਼ਮ ਬਣਾ ਕੇ ਰੱਖਿਆ, ਉਹਨਾਂ ਨੂੰ ਜਵਾਬ ਦੇਣਾ ਪਏਗਾ। ਦੇਸ਼ ਦੇ ਸਾਧਨਾਂ ਦਾ ਦੁਰਉਪਯੋਗ ਅਸੀਂ ਕਰੀਏ, ਰਕਸ਼ਕ ਹੀ ਬਖਸ਼ਕ ਬਣ ਜਾਣ, ਲੁੱਟੀ ਜਾਣ, ਜਵਾਬ ਤੇ ਦੇਣਾ ਪਏਗਾ। ਮੈਨੂੰ ਇਹ ਗੱਲ ਸਮਝ ਨਹੀਂ ਆ ਰਹੀ ਕਿ ਕਾਂਗਰਸ 'ਚ ਬੁਖਲਾਹਟ ਕਿਸ ਗੱਲ ਦੀ ਹੈ। ਤੁਹਾਡੇ ਮੁੱਖ ਮੰਤਰੀ ਇਹ ਗੱਲ ਨੂੰ ਮੰਨੇ ਨੇ ਕਿ ਪੰਜਾਬ ਦੇ ਅੰਦਰ ਮਾਈਨਿੰਗ ਹੋਈ ਹੈ, ਲੋਕਾਂ ਦੀ ਜਿਹੜੀ ਪੰਜਾਬੀਆਂ ਦੀ ਗਾੜੀ ਕਮਾਈ ਹੈ ਉਹ ਰੇਤ ਮਾਫੀਆ ਖਾ ਗਿਆ, ਲੋਕਾਂ ਨੂੰ ਮਹਿੰਗਾ ਰੇਤਾ ਮਿਲਿਆ, ਤੁਸੀਂ ਰੇਤਾ ਸਸਤਾ ਦੇਣ ਦੀ ਵਾਅਦਾ ਕੀਤਾ ਸੀ ਉਹ ਤੁਸੀਂ ਦੇ ਨਹੀਂ ਸਕੇ,
ਔਰ ਟਿਲ ਰੇਟ ਤੱਕ ਵੀ ਰੇਤਾ ਮਹਿੰਗਾ ਮਿਲਦਾ ਰਿਹਾ ਹੈ। ਔਰ ਜਿਹੜੀ ਇਹ ਮਾਈਨਿੰਗ ਦੇ ਰੂਪ ਦੇ ਵਿੱਚ ਲੋਕਾਂ ਦਾ ਪੈਸਾ ਪੰਜਾਬੀਆਂ ਦਾ ਖਾਧਾ ਗਿਆ ਹੈ, ਅਗਰ ਕੋਈ ਈਡੀ ਨੇ ਉਹਦੇ ਤੇ ਕਦਮ ਚੁੱਕਿਆ ਹੈ ਤੇ ਉਹਦੇ 'ਚ ਤੁਹਾਡੇ 'ਚ ਬੁਖਲਾਹਟ ਨਹੀਂ ਹੋਣੀ ਚਾਹੀਦੀ, ਬਲਕਿ ਨਿਸ਼ਪਕਸ਼ ਜਾਂਚ ਦੇ ਹੱਕ ਦੇ ਵਿੱਚ ਤੁਹਾਨੂੰ ਹੋਣਾ ਚਾਹੀਦਾ ਹੈ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਆਉਣੇ।